Hello students, you have to follow these instructions. First, you have to write any of the three. First, a paragraph which could be of 100 to 150 words, or an essay 400 to 500 words, or you can also write a poem. Secondly, your writing should be in Hindi or in English language only. बच्चों, आपको इन बातों का ध्यान रखना है। आपको या एक पैराग्राफ लिखना है, या ऐसे, या एक पोएम। इन तीनों में से आपको कोई एक लिखना है। आपकी राइटिंग हिंदी और इंग्लिश लैंग्वेज में ही होनी चाहिए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ 15 ਰਾਗਾਂ ਦੇ ਵਿੱਚ ਬਾਣੀ ਲਿਖੀ। ਇਹ ਰਾਗ ਹਨ ਗੌੜੀ, ਆਸਾ, ਦੇਵ ਗੰਧਾਰੀ, ਬਿਹਾਗੜਾ, ਸੋਰਠ, ਧਨਾਸਰੀ, ਟੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਹਿੰਡੋਲ, ਸਾਰੰਗ ਅਤੇ ਜ਼ੈਜ਼ਾਵੰਤੀ। ਇਸ ਤੋਂ ਉਪਰੰਤ ਗੁਰੂ ਸਾਹਿਬ ਜੀ ਨੇ 57 ਸ਼ਲੋਕਾਂ ਦਾ ਵੀ ਉਚਾਰਨ ਕੀਤਾ। Guru Ji wrote Bani in 6 rags, which are Gaudi, Asa, Dev Gandhari, Bihagda, Sorat, Tanasri, Todi, Tilang, Bilawal, Ramkali, Maru, Basant Hindol, Sarang and Jai Jaivanti. After this, Guru Ji recited 57 verses. ਜਦੋਂ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਕਰਤਾਰਪੁਰ ਵਿੱਚ ਰਹਿਣ ਲੱਗੇ ਸਨ ਤਾਂ ਉੱਥੇ ਦੇ ਰਹਿਣ ਵਾਲੇ ਇੱਕ ਗੁਰਸਿੱਖ ਭਾਈ ਲਾਲ ਚੰਦ ਜੀ ਗੁਰੂ ਹਰਗੋਬਿੰਦ ਜੀ ਦੇ ਨਾਲ ਜਿਨ੍ਹਾਂ ਦਾ ਬਹੁਤ ਪਿਆਰ ਪੈ ਗਿਆ, ਉਹ ਅਤੇ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਉਹ ਗੁਰੂ ਜੀ ਦੇ ਨਾਲ ਰਹਿਣ ਲੱਗੇ ਅਤੇ ਤਨ ਮਨ ਦੇ ਨਾਲ ਸੇਵਾ ਕਰਦੇ ਸਨ। ਗੁਰੂ ਤੇਗ ਬਹਾਦਰ ਜੀ ਵੀ ਉਸ ਸਮੇਂ ਜਵਾਨ ਹੋ ਰਹੇ ਸਨ ਔਰ ਆਪਣੇ ਪਿਤਾ ਜੀ ਵਾਂਗ ਬਚਪਨ ਵਿੱਚ ਹੀ ਉਹਨਾਂ ਨੇ ਕਾਫੀ ਕੱਦ ਜਿਹੜਾ ਕੱਢ ਲਿਆ ਸੀ। ਔਰ ਦੂਸਰੇ ਪਾਸੇ ਭਾਈ ਲਾਲ ਚੰਦ ਜੀ ਦੀ ਇੱਕ ਪੁੱਤਰੀ ਸੀ ਔਰ ਜਿਸ ਦਾ ਨਾਮ ਮਾਤਾ ਗੁਜਰੀ ਜੀ ਸੀ। ਔਰ ਲਾਲ ਚੰਦ ਜੀ ਨੇ ਜਦੋਂ ਗੁਰੂ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਬੇਟੀ ਗੁਜਰੀ ਦਾ ਜਿਹੜਾ ਹੈਗਾ ਉਹ ਸਾਕ ਗੁਰੂ ਤੇਗ ਬਹਾਦਰ ਜੀ ਦੇ ਨਾਲ ਕਰਨਾ ਚਾਹੁੰਦੇ ਸੀ, ਔਰ ਗੁਰੂ ਜੀ ਨੇ ਭਾਈ ਲਾਲ ਚੰਦ ਜੀ ਦੀ ਬੇਨਤੀ ਨੂੰ ਜਿਹੜਾ ਉਹ ਪ੍ਰਵਾਨ ਕੀਤਾ ਔਰ ਉਹਨਾਂ ਦਾ ਜਿਹੜਾ ਸਾਕ ਹੈਗਾ ਉਹ ਉੱਥੇ ਹੀ ਪੱਕਾ ਹੋ ਗਿਆ। ਔਰ ਸੰਨ 1632 ਨੂੰ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਮਾਤਾ ਗੁਜਰੀ ਜੀ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਹੋਇਆ, ਜਿਸ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਅਤੇ ਗੁਰੂ ਘਰ ਦੇ ਪ੍ਰੇਮੀ ਜਿਹੜੇ ਨੇ ਉਹ ਸ਼ਾਮਲ ਹੋਏ। While staying at Shri Kartarpur Sahib Ji, Guru Hargobind Sahib Ji had a great devotee whose name was the Bhai Lal Chand Ji. At that time, Guru Tegh Bahadur Ji was also at their young age. While singing this, Bhai Lal Chand Ji asked about the marriage of his daughter named Mata Gujri Ji with the Guru Tegh Bahadur Ji, and on hearing this, Guru Hargobind Sahib Ji accepted it. After that, the ceremony of the marriage took place with great pomp and show in 1632. ਗੁਰੂ ਹਰਿਰਾਏ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਬਾਅਦ ਦੇ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜਿਹੜੇ ਨੇ ਉਹ 8ਵੇਂ ਗੁਰੂ ਨਾਨਕ ਬਣੇ, ਔਰ ਗੁਰੂ ਹਰਿਰਾਏ ਜੀ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਦਿੱਲੀ ਜਾ ਕੇ ਔਰੰਗਜ਼ੇਬ ਨੂੰ ਕਈ ਜਿਹੜੇ ਨੇ ਉਹ ਕਾਰਨਾਮੇ ਜਿਹੜੇ ਦਿਖਾਉਣ ਲੱਗੇ, ਔਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਇੱਕ ਤੁਕ ਵੀ ਉਹਨਾਂ ਨੇ ਬਦਲ ਦਿੱਤੀ। ਔਰ ਗੁਰੂ ਸਾਹਿਬ ਜੀਆਂ ਦੀ ਤੁਕ ਬਦਲਣ ਤੋਂ ਬਾਅਦ ਗੁਰੂ ਹਰਿਰਾਏ ਜੀ ਨੇ ਬਾਬਾ ਰਾਮ ਰਾਏ ਜੀ ਨੂੰ ਇੱਕ ਸੰਦੇਸ਼ ਦਿੱਤਾ ਕਿ ਤੁਸੀਂ ਸਾਰੀ ਉਮਰ ਮੇਰੇ ਮੱਥੇ ਨਾਲ ਲੱਗਣਾ, ਔਰ ਸਿੱਖ ਸੰਗਤਾਂ ਨੂੰ ਵੀ ਇਹ ਉਹ ਹੁਕਮ ਜਾਰੀ ਕਰ ਦਿੱਤਾ ਕਿ ਜਿਹੜਾ ਵੀ ਸਿੱਖ ਸੰਗਤਾਂ ਜਾਂ ਜਿਹੜਾ ਵੀ ਗੁਰੂ ਕਾ ਸਿੱਖ ਰਾਮ ਰਾਏ ਜੀ ਦੇ ਮੱਥੇ ਲੱਗੇਗਾ ਉਸ ਨੂੰ ਗੁਰੂ ਕਾ ਸਿੱਖ ਜਿਹੜਾ ਉਹ ਨਹੀਂ ਸਮਝਿਆ ਜਾਏਗਾ, ਉਸ ਨੂੰ ਜਿਹੜਾ ਹੈਗਾ ਉਹ ਧਰਮ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਏਗਾ। ਸੋ ਇਸ ਤੋਂ ਬਾਅਦ ਔਰੰਗਜ਼ੇਬ ਜਿਹੜਾ ਸੀਗਾ ਉਹ ਗੁਰੂ ਸਾਹਿਬ ਜੀ ਨੂੰ ਮਿਲਣਾ ਚਾਹੁੰਦਾ ਸੀ। ਉਸ ਨੇ ਗੁਰੂ ਸਾਹਿਬ ਜੀ ਨੂੰ ਸੰਦੇਸ਼ ਭੇਜਿਆ ਔਰ ਗੁਰੂ ਸਾਹਿਬ ਜੀ ਨੇ ਜਿਹੜਾ ਹੈਗਾ ਆ ਉਹ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਜੀ ਜਿਹੜੇ ਨੇ ਉਹ ਬਿਮਾਰੀ ਦੇ ਸ਼ਿਕਾਰ ਹੋ ਗਏ। ਉਸ ਸਮੇਂ ਦਿੱਲੀ ਦੇ ਵਿੱਚ ਜਿਹੜੀ ਚਿੱਚਕ ਦੀ ਬਿਮਾਰੀ ਉਹ ਫੈਲੀ ਹੋਈ ਸੀ, ਔਰ ਗੁਰੂ ਜੀ ਨੇ
ਉੱਥੋਂ ਦੇ ਦੱਬੇ ਕੁਚਲੇ ਜਿਹੜੇ ਲੋਕ ਸੀਗੇ, ਗਲੇ ਕੁਚਲਿਆਂ ਲੋਕਾਂ ਨੂੰ ਆਪਣੇ ਹੱਥਾਂ ਦੇ ਨਾਲ ਉਹਨਾਂ ਦਾ ਇਲਾਜ ਕੀਤਾ। ਇਸ ਰੋਗ ਦੇ ਭਿਆਨਕ ਵਾਧੇ ਨੂੰ ਦੇਖ ਕੇ ਗੁਰੂ ਜੀ ਨੇ ਇਹ ਮਨ ਬਣਾ ਲਿਆ ਕਿ ਗੁਰੂ ਸਾਹਿਬ ਜੀ ਇਹ ਜਿਹੜੀ ਬਿਮਾਰੀ ਹੈ ਉਹ ਆਪਣੇ ਉੱਪਰ ਲੈ ਲੈਣਗੇ, ਔਰ ਗੁਰੂ ਜੀ ਨੇ ਇਹ ਸਾਰੀ ਬਿਮਾਰੀ ਜਿਹੜੀ ਹੈ ਉਹ ਆਪਣੇ ਉੱਪਰ ਲੈ ਲਈ। ਔਰ 5 ਦਿਨ ਬੇਸੁਰਤ ਹੋ ਕੇ ਗੁਰੂ ਸਾਹਿਬ ਜੀ ਪਏ ਰਹੇ, ਔਰ 5 ਦਿਨ ਬੇਸੁਰਤ ਹੋਣ ਤੋਂ ਬਾਅਦ ਜਦੋਂ ਗੁਰੂ ਜੀ ਨੂੰ ਸੁਰਤ ਆਈ ਤਾਂ ਉਸ ਸਮੇਂ ਬਾਬਾ ਜਿਹੜਾ ਸੀ ਗੁਰਦਿੱਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਪੁੱਛਣਾ ਕੀਤਾ ਕਿ ਗੁਰੂ ਸਾਹਿਬ ਜੀ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਗੁਰੂ ਜੀ ਕੌਣ ਹੋਣਗੇ, ਔਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਇੱਕ ਨਾਰੀਅਲ ਔਰ 5 ਪੈਸੇ ਜਿਹੜੇ ਨੇ ਉਹ ਲੈ ਕੇ ਆਓ। ਔਰ ਗੁਰੂ ਸਾਹਿਬ ਜੀ ਦੇ ਕੋਲ ਜਦੋਂ 5 ਨਾਰੀਅਲ ਔਰ 5 ਪਤਾਸੇ ਜਿਹੜੇ ਨੇ ਉਹ ਲੈ ਕੇ ਸਿੱਖ ਪਹੁੰਚੇ ਤਾਂ ਗੁਰੂ ਜੀ ਨੇ ਚਾਹੋਂ ਪਾਸੇ ਉਂਗਲ ਘੁਮਾ ਕੇ ਉਪਦੇਸ਼ ਦਿੱਤਾ ਕਿ ਬਾਬਾ ਬਕਾਲੇ। ਇੰਨਾ ਕਹਿ ਕੇ ਫਿਰ ਗੁਰੂ ਸਾਹਿਬ ਜੀ ਜਿਹੜੇ ਨੇ ਉਹ ਸਮਾਧੀ, ਉਹਨਾਂ ਦੀ ਸਮਾਧੀ ਲੱਗ ਗਈ ਔਰ ਪ੍ਰਭੂ ਜੋਤ ਦੇ ਵਿੱਚ ਇਲਾਹੀ ਜੋਤ ਹੋ ਗਏ। ਔਰ 1664 ਈਸਵੀ ਨੂੰ ਗੁਰੂ ਸਾਹਿਬ ਜੀ ਜਿਹੜੇ ਨੇ ਜੋਤੀ ਜੋਤ ਸਮਾ ਗਏ। Shri Guru Harkrishan Sahib Ji, who was the 6th Guru of the Sikh religion during the reign of the Aurangzeb. Guru Harkrishan Sahib Ji also had a son named Ram Rai. Ram Rai had tried to change a verse of Guru Nanak Sahib Ji and changed it. On seeing this, Guru Harkrishan Sahib Ji throw out the Ram Rai Ji from the Sikh religion. At the throne of the Ram Rai Ji from the religion, Ram Rai came to the side of the Aurangzeb and started to poisoning the ears of the Aurangzeb. Aurangzeb make a call to the Guru Harkrishan Sahib Ji that they should come to the Delhi. On reaching Delhi, Guru Sahib Ji fell very ill. Guruji's health was deteriorated due to the smallpox, and on seeing the bad health of the Guruji, the Sikh Sangat asked the Guruji that who will be the next successor of the Sikh Sangat. Then Guruji replied only 2 words, that Baba Bakala. These 2 words are not enough to find the true Guru from Baba Bakala. On hearing these words of the Guru Harkrishan Sahib Ji, Guruji's relatives and many Masans got an opportunity to become a Guru. So they tried to declare themselves as the true Guru due to the words of the Shri Guru Harkrishan Sahib Ji. And on 9th of October 1664, a devotee of Guruji's, Makhan Shah Lubana, brought 500 seals for the Guru Tegh Bahadur Ji to offer them, because Guruji had saved his fleet from sinking in the harbour. That is why Makhan Shah Lubana wanted to offer these seals to Guru Tegh Bahadur Ji. But on reaching Baba Bakala, he saw that the various people are saying themselves as the true Guru. It became difficult for the Makhan Shah Lubana to find out the real Guru. Then he think of a plan. He started to give 2 seals to each person. He began to give 2 seals to each person. When Makhan Shah Lubana reached to the Guru Tegh Bahadur Ji, he also offered 2 seals to Guru Tegh Bahadur Ji and came back to the door. And when he was on the door, suddenly Guru Tegh Bahadur Ji asked about the whole amount. On hearing this, Makhan Shah Lubana began to cry in loudly that we find the true Guru. Now the Sikh Sangat found their next Guru, that is the 9th Guru, Guru Tegh Bahadur Ji, as the successor of Shri Guru Harkrishan Sahib Ji. ਜਿਵੇਂ ਕਿ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੋਤੀ ਜੋਤ ਸਮਾਉਣ ਸਮੇਂ ਬਾਬਾ ਬਕਾਲਾ ਦਾ ਉਪਦੇਸ਼ ਜਿਹੜਾ ਉਹ ਦੇ ਕੇ ਗਏ, ਉਹਨਾਂ ਦੇ ਇਸ ਬਚਨ ਤੋਂ ਇਹ ਸਪਸ਼ਟ ਨਹੀਂ ਹੋਇਆ ਕਿ ਅਗਲੇ ਗੁਰੂ ਕੌਣ ਹਨ। ਔਰ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਬਕਾਲੇ ਵੱਲ ਨੂੰ ਰਵਾਨਗੀ ਪਾ ਗਈਆਂ, ਔਰ ਤਾਂ ਜੋ ਅਗਲੇ ਗੁਰੂ ਦੇ ਹੋਣ ਦਾ ਪਤਾ ਜਿਹੜਾ ਉਹ ਲੱਗ ਸਕੇ। ਔਰ ਗੁਰੂ ਸਾਹਿਬ ਜੀਆਂ ਦੇ ਕਾਫੀ ਰਿਸ਼ਤੇਦਾਰ ਜਿਹੜੇ ਨੇ ਉਹ ਵੀ ਬਕਾਲੇ ਨੂੰ ਚੱਲ ਪਏ, ਔਰ ਉੱਥੇ ਜਾ ਕੇ ਉਹਨਾਂ ਨੇ ਆਪਣੀਆਂ 22 ਜਿਹੜੀਆਂ ਨੇ ਉਹ ਮੰਜੀਆਂ ਦੱਸਿਆ ਜਾਂਦਾ ਹੈ ਉਹ ਲਗਾ ਲਈਆਂ, ਔਰ ਆਪਣੇ ਆਪ ਨੂੰ ਅਖੌਤੀ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ। ਔਰ ਜਿਹੜੀਆਂ ਵੀ ਸੰਗਤਾਂ ਉੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਨੂੰ ਜਾਂਦੀਆਂ ਸਨ, ਉਹ ਉਹਨਾਂ ਨੂੰ ਵਰਗਲਾ ਕੇ ਆਪਣੇ ਨਾਲ ਜੋੜ ਦਿੰਦੇ ਸਨ। ਔਰ 9 ਅਕਤੂਬਰ 1664 ਈਸਵੀ ਨੂੰ ਇੱਕ ਸ਼ਰਧਾਲੂ ਮੱਖਣ ਸ਼ਾਹ ਜਿਹੜਾ ਸੀਗਾ ਉਹ ਗੁਰੂ ਸਾਹਿਬ ਜੀ ਨੂੰ 500 ਮੋਹਰਾਂ ਭੇਟਾ ਕਰਨ ਦੇ ਵਾਸਤੇ ਜਿਹੜਾ ਹੈਗਾ ਬਾਬਾ ਬਕਾਲਾ ਵਿਖੇ ਪਹੁੰਚਿਆ। ਔਰ
ਸੂਰਤ ਦੀ ਜਿਹੜੀ ਬੰਦਰਗਾਹ ਸੀ ਉੱਥੇ ਗੁਰੂ ਸਾਹਿਬ ਜੀ ਨੇ ਜਿਹੜਾ ਹੈਗਾ ਸੀ ਉਹਨਾਂ ਦਾ ਜਿਹੜਾ ਬੇੜਾ ਸੀ ਉਹ ਡੁੱਬਣ ਤੋਂ ਬਚਾਇਆ ਸੀ। ਔਰ ਇਸ ਦੇ ਵਿੱਚ ਉਹ ਗੁਰੂ ਜੀ ਦੇ ਸ਼ੁਕਰਾਨੇ ਵਜੋਂ 500 ਮੋਹਰਾਂ ਜਿਹੜੀਆਂ ਨੇ ਉਹ ਭੇਟ ਕਰਨ ਆਇਆ ਸੀ। ਔਰ ਜਦੋਂ ਮੱਖਣ ਸ਼ਾਹ ਜੀ ਆਪਣਾ ਪਹੁੰਚੇ, ਬਕਾਲੇ ਪਹੁੰਚੇ, ਤਾਂ ਉਹਨਾਂ ਨੇ ਦੇਖਿਆ ਕਿ ਇੱਥੇ 22 ਮੰਜੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਉਹਨਾਂ ਨੇ ਇੱਕ ਤਰਕੀਬ ਸੋਚੀ ਕਿ ਜਿਹੜਾ ਵੀ ਸੱਚਾ ਗੁਰੂ ਹੋਵੇਗਾ ਉਹ ਆਪਣੀਆਂ ਮੋਹਰਾਂ ਮੰਗ ਲਵੇਗਾ। ਇਸ ਲਈ ਉਹਨੇ ਸਾਰਿਆਂ ਨੂੰ, ਜਿੰਨੇ ਵੀ ਉੱਥੇ ਮੰਜੀਆਂ ਲੱਗੀਆਂ ਸੀ, ਉਹਨਾਂ ਨੂੰ 2-2 ਮੋਹਰਾਂ ਜਿਹੜੀਆਂ ਉਹ ਭੇਟ ਕੀਤੀਆਂ। ਔਰ ਜਦੋਂ ਕਿ ਕਿਸੇ ਨੇ ਜਿਹੜੀਆਂ ਸੀਗੀਆਂ ਬਾਕੀ ਦੀਆਂ ਰਹਿੰਦੀਆਂ ਜਿਹੜਾ ਸੀਗਾ ਰਕਮ ਨਾ ਮੰਗੀ। ਔਰ ਅਖੀਰ ਦੇ ਵਿੱਚ ਮੱਖਣ ਸ਼ਾਹ ਜੀ ਨੂੰ ਇਹ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਜਿਹੜੇ ਨੇ ਉਹ ਵੀ ਬਾਬਾ ਬਕਾਲਾ ਦੇ ਵਿੱਚ ਨੇ। ਔਰ ਆਪਣੇ ਘਰ ਦੇ ਵਿੱਚ ਰਹਿ ਕੇ ਉਹ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਰਹਿੰਦੇ ਨੇ। ਔਰ ਉਹਨਾਂ ਨੇ ਜਿਹੜੀ ਆ ਗੁਰੂ ਕਹਾਉਣ ਦੀ ਆਪਣੀ ਮੰਜੀ ਨਹੀਂ ਲਾਈ। ਔਰ ਮੱਖਣ ਸ਼ਾਹ ਲਵਾਣਾ ਉਹਨਾਂ ਦੇ ਦਰਸ਼ਨ ਦੀਦਾਰ ਜਿਹੜਾ ਕਰਨ ਲਈ ਉਹਨਾਂ ਦੇ ਘਰ ਵਿੱਚ ਪਹੁੰਚਿਆ। ਔਰ ਮੱਖਣ ਸ਼ਾਹ ਨੇ ਜਦੋਂ 2 ਮੋਹਰਾਂ ਰੱਖ ਕੇ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਇਆ ਔਰ ਉਸ ਤੋਂ ਉਪਰੰਤ ਵਾਪਸ ਪਰਤਣ ਲੱਗਾ, ਤਾਂ ਗੁਰੂ ਸਾਹਿਬ ਜੀ ਨੇ ਉਸ ਕੋਲੋਂ ਆਪਣੀਆਂ ਬਾਕੀ ਰਹਿੰਦੀਆਂ ਜਿਹੜੀਆਂ ਮੋਹਰਾਂ ਨੇ ਉਹਨਾਂ ਦੀ ਮੰਗ ਕੀਤੀ। ਔਰ ਮੱਖਣ ਸ਼ਾਹ ਨੂੰ ਗੁਰੂ ਜੀ ਦੇ ਗੁਰੂ ਹੋਣ ਦਾ ਪਤਾ ਲੱਗ ਗਿਆ ਔਰ ਉਸਨੇ ਕੋਲੋਂ ਰਿਹਾ ਨਾ ਗਿਆ। ਉਸਨੇ ਕੋਠੇ ਤੇ ਚੜ੍ਹ ਕੇ ਉੱਚੀ ਉੱਚੀ ਆਵਾਜ਼ਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਔਰ ਮੱਖਣ ਸ਼ਾਹ ਦਾ ਇਹ ਰੌਲਾ ਸੁਣ ਕੇ ਸਾਰੀਆਂ ਸਿੱਖ ਸੰਗਤਾਂ ਗੁਰੂ ਤੇਗ ਬਹਾਦਰ ਜੀ ਦੇ ਘਰ ਪਹੁੰਚ ਗਈਆਂ। ਔਰ ਭਾਈ ਮੱਖਣ ਸ਼ਾਹ ਜੀ ਦੇ ਨੇ ਜਿਹੜੇ ਕੜਾਹ ਪ੍ਰਸ਼ਾਦ ਦੀ ਇੱਕ ਦੇਗ ਤਿਆਰ ਕੀਤੀ ਔਰ ਸਿੱਖ ਸੰਗਤਾਂ ਨੂੰ ਜਿਹੜੀ ਛਕਾਈ। ਔਰ ਉਹਨਾਂ ਨੇ ਲੋਕਾਂ ਨੂੰ ਇਹ ਵੰਗਾਰ ਕੇ ਕਿਹਾ ਕਿ ਸੱਚ ਗੁਰੂ ਹੁਣ ਜਿਹੜਾ ਸੱਚਾ ਗੁਰੂ ਜਿਹੜਾ ਹੈ ਉਹ ਹੁਣ ਲੱਭ ਗਿਆ ਹੈ। ਤੁਹਾਨੂੰ ਕਿਤੇ ਵੀ ਇੱਧਰ ਉੱਧਰ ਜਾਣ ਦੀ ਔਰ ਫਿਰਨ ਦੀ ਲੋੜ ਨਹੀਂ ਹੈ। ਇਸ ਲਈ ਇਹਨਾਂ ਦੇ ਦਰਸ਼ਨ ਨਾਲ ਤੁਹਾਡੇ ਮਨ ਦੀਆਂ ਸਾਰੀਆਂ ਮੁਰਾਦਾਂ ਜਿਹੜੀਆਂ ਨੇ ਉਹ ਪੂਰੀਆਂ ਹੋਣਗੀਆਂ। ਰਾਜਾ ਤਾਰਾ ਚੰਦ ਜਿਹੜਾ ਹੈਗਾ ਉਹਦੀ ਮੌਤ ਤੋਂ ਉਪਰੰਤ ਉਹਦੀ ਜਿਹੜੀ ਰਾਣੀ ਸੀਗੀ ਉਹ ਜਿਹੜੀ ਮਾਖੋਵਾਲ ਦੀ ਜ਼ਮੀਨ ਹੈਗੀ ਆ ਉਹਨੂੰ ਗੁਰੂ ਸਾਹਿਬ ਜੀ ਨੂੰ ਭੇਟ ਕਰਨੀ ਚਾਹੁੰਦੀ ਸੀ। ਲੇਕਿਨ ਗੁਰੂ ਸਾਹਿਬ ਜੀ ਨੇ ਜਿਹੜੀ ਆ ਉਹ ਜ਼ਮੀਨ ਫ੍ਰੀ ਦੇ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ। ਔਰ 500 ਰੁਪਏ ਦੇ ਵਿੱਚ ਉਹ ਜਿਹੜੀ ਜ਼ਮੀਨ ਹੈ ਉਹਦਾ ਪਟਾ ਜਿਹੜਾ ਹੈਗਾ ਉਹ ਮਾਤਾ ਨਾਨਕੀ ਜੀ ਦੇ ਨਾਮ ਕਰਵਾ ਲਿਆ। ਖਰੀਦੇ ਹੋਏ ਥਾਂ ਤੇ 19 ਜੂਨ 1665 ਨੂੰ ਜਿਹੜਾ ਹੈਗਾ ਉਹ ਨੀਂਹ ਪੱਥਰ ਰੱਖਣ ਦਾ ਜਿਹੜਾ ਫੈਸਲਾ ਕੀਤਾ ਗਿਆ। ਨੀਂਹ ਪੱਥਰ ਰੱਖਣ ਦਾ ਜਿਹੜਾ ਹੈਗਾ ਆ ਰਸਮ ਆ ਉਹ ਬਾਬਾ ਬੁੱਢਾ ਜੀ ਦੇ ਪੋਤੇ ਬਾਬਾ ਗੁਰਦਿੱਤਾ ਜੀ ਦੇ ਆਪਣੇ ਕਰ ਕਮਲਾਂ ਦੇ ਨਾਲ ਰੱਖੀ। ਔਰ ਇਸ ਨਗਰ ਦਾ ਨਾਮ ਮਾਤਾ ਨਾਨਕੀ ਜੀ ਦੇ ਨਾਂ ਤੇ ਚੱਕ ਨਾਨਕੀ ਰੱਖ ਦਿੱਤਾ ਗਿਆ। ਔਰ ਪਹਿਲਾਂ ਇਸ ਪਿੰਡ ਨੂੰ ਮਾਖੋਵਾਲ ਕਿਹਾ ਜਾਂਦਾ ਸੀ। ਇਹ ਗੱਲ ਮਸ਼ਹੂਰ ਸੀ ਕਿ ਮਾਖੋ ਨਾਮ ਦਾ ਇੱਕ ਦੈਂਤ ਇਸ ਨਗਰ ਦੇ ਵਿੱਚ ਰਹਿੰਦਾ ਸੀ ਅਤੇ ਉਹ ਕਿਸੇ ਨੂੰ ਵੀ ਇਸ ਨਗਰ ਦੇ ਵਿੱਚ ਰਹਿਣ ਨਹੀਂ ਸੀ ਦਿੰਦਾ। ਜਦੋਂ ਗੁਰੂ ਸਾਹਿਬ ਜੀ ਨੇ ਇਸ ਨਗਰ ਦੇ ਵਿੱਚ ਆਪਣੇ ਚਰਨ ਪਾਏ ਤਾਂ ਉਸ ਤੋਂ ਬਾਅਦ ਕਿਸੇ ਨੂੰ ਵੀ ਉਸ ਦੈਂਤ ਦੇ ਜਿਹੜੇ ਉਹ ਦਰਸ਼ਨ ਨਹੀਂ ਹੋਏ। ਲੋਕਾਂ ਦਾ ਇਹ ਵਹਿਮ ਜਿਹੜਾ ਹੈਗਾ ਉਹ ਦੂਰ ਹੋ ਗਿਆ। ਗੁਰੂ ਜੀ ਨੇ ਨਗਰ ਦੀ ਉਸਾਰੀ ਲਈ ਬੜੇ ਵਧੀਆ ਕਾਰੀਗਰ ਜਿਹੜੇ ਨੇ ਉਹ ਬੁਲਾਏ ਔਰ ਗੁਰੂ ਜੀ ਨੇ ਇਸ ਨਗਰ ਦਾ ਨਕਸ਼ਾ ਜਿਹੜਾ ਉਹ ਆਪ ਬਣਾਇਆ। ਔਰ ਇਸ ਜਿਹੜਾ ਹੈਗਾ ਨਗਰ ਦੀ ਉਸਾਰੀ ਦੇ ਲਈ ਬਾਬਾ ਬੁੱਢਾ ਜੀ ਦੀ ਸੰਤਾਨ ਦੇ ਵਿੱਚੋਂ ਬਾਬਾ ਚੰਡਾ ਜੀ ਨੇ ਸਾਰੇ ਕੰਮ ਜਿਹੜੇ ਨੇ ਆਪਣੀ ਨਿਗਰਾਨੀ ਦੇ ਹੇਠ ਕਰਵਾਏ। ਗੁਰੂ ਜੀ ਨੇ ਪਹਿਲਾਂ ਆਪਣਾ ਨਿਵਾਸ ਸਥਾਨ ਬਣਾਇਆ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸਤ ਸੰਗਤ ਦੇ ਲਈ ਜਿਹੜਾ ਹੈਗਾ ਦੀਵਾਨ ਹਾਲ ਬਣਾਇਆ ਔਰ ਉਸ ਤੋਂ ਉਪਰੰਤ ਸਿੱਖ ਸੰਗਤਾਂ ਦੇ ਰਹਿਣ ਦੇ ਲਈ ਜਿਹੜਾ ਨਿਵਾਸ ਸਥਾਨ ਬਣਾਇਆ। ਔਰ ਬਾਅਦ ਦੇ ਵਿੱਚ ਵਪਾਰੀਆਂ ਦੇ ਵਪਾਰ ਕਰਨ ਦੇ ਲਈ ਬਾਜ਼ਾਰ ਜਿਹੜੇ ਨੇ ਉਹਨਾਂ ਦੀ ਉਸਾਰੀ ਕਰਾਈ ਗਈ ਔਰ ਸੜਕਾਂ, ਚੌਂਕਾਂ ਅਤੇ ਇਮਾਰਤਾਂ ਦੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਚਿੱਤਰਕਾਰੀ ਜਿਹੜੀ ਆ ਉਹ ਵੀ ਕਰਵਾਈ ਗਈ। Now let's talk about Shri Anandpur Sahib Ji. Anandpur Sahib is the holiest place of the Sikh religion, which is second after Shri Harmandir Sahib Ji. This city was founded by Shri Guru Tegh Bahadur Ji in June 1665. It was earlier called as Makhowal. There is a short story of this city as called Makhowal, as it is said that there is one demon whose name was Makho, who do not allow anyone to come into the village and stay over there. After the arrival of the Shri Guru Tegh Bahadur Ji, no demon were seen by any of the villagers there, so the misconception of the people went away. So Guruji also called a skilled craft person in order to make the city more beautiful. Guruji himself prepared the map of the city. Now let's talk about the travels or the journeys of Guru Tegh Bahadur Ji. Guru Tegh Bahadur Ji travelled widely. Their journeys include east of Punjab, Malwa, Uttar Pradesh, Assam, Bengal, Bihar, and they came back to Punjab again. Guruji
solved the problem of the people of the shortage of water by installing the several wells. Guruji then went to the Mathura and Agra. They also met the Sikh Sangat over there. Guruji also visited Ottawa and Kanpur. On the banks of river Yamuna, Guruji recited the Gurbani. Guruji then also visited Allahabad, which is presently called as a Prayagraj, Mirzapur and Banaras as well. After that, Guruji went to Bihar. From there they reached Patna Sahib with their family in 1666 AD. The devotees of Patna Sahib welcomed Guru Sahib with great enthusiasm, and they also arranged a mansion for stay of the Guru Sahib. From Bihar, Guruji proceeded to the Assam and Bengal. Guruji also visited Maldives, Murshidabad and Dhaka. On their return from the Dhaka, Guruji stopped at Calcutta. Again, they started their journeys and reached the Jagannath Puri, Bhubaneswar and Cuttack. Then they reached back to the Patna Sahib in 1667. Then Guruji returned back to the Punjab and started to stay in Anandpur Sahib along with their family. Guruji, during these journeys, preached the Sikhism and solved the problems of the people as the people face those problems like shortage of water and many other problems. ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਯਾਤਰਾਵਾਂ ਦੇ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਅਸਾਮ, ਬਿਹਾਰ, ਬੰਗਾਲ ਵਿੱਚ ਉਹਨਾਂ ਨੇ ਸਿੱਖ ਧਰਮ ਦਾ ਜਿਹੜਾ ਹੈ ਉਹ ਪ੍ਰਚਾਰ ਕੀਤਾ। ਇਹਨਾਂ ਯਾਤਰਾਵਾਂ ਦੇ ਦੌਰਾਨ ਗੁਰੂ ਸਾਹਿਬ ਜੀ ਨੇ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਦੂਰ ਕੀਤੀਆਂ, ਜਿਨ੍ਹਾਂ ਦੇ ਵਿੱਚੋਂ ਪਾਣੀ ਦੀ ਜਿਹੜੀ ਸਮੱਸਿਆ ਵਾ ਉਹਨੂੰ ਗੁਰੂ ਜੀ ਨੇ ਦੂਰ ਕਰਨ ਦੇ ਲਈ ਖੂਹਾਂ ਦੀ ਜਿਹੜੀ ਖੁਦਵਾਈ ਕਰਵਾਈ ਔਰ ਆਗਰਾ ਅਤੇ ਮਥੁਰਾ ਦੇ ਵਿੱਚ ਗੁਰੂ ਜੀ ਨੇ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਕੀਤਾ ਅਤੇ ਯਮੁਨਾ ਨਦੀ ਦੇ ਕਿਨਾਰੇ 'ਤੇ ਬੈਠ ਕੇ ਗੁਰੂ ਜੀ ਨੇ ਗੁਰਬਾਣੀ ਦੇ ਜਿਹੜੇ ਨੇ ਉਹ ਜਾਪ ਕੀਤੇ। ਫਿਰ ਗੁਰੂ ਜੀ ਕੋਟਾਵਾ, ਕਾਨਪੁਰ, ਇਲਾਹਾਬਾਦ, ਮਿਰਜ਼ਾਪੁਰ, ਬਨਾਰਸ ਦੀ ਜਿਹੜੀ ਯਾਤਰਾ ਉਹ ਵੀ ਕੀਤੀ ਔਰ 1666 ਜਿਹੜੀ ਈਸਵੀ ਨੂੰ ਗੁਰੂ ਸਾਹਿਬ ਜੀ ਪੂਰੇ ਪਰਿਵਾਰ ਦੇ ਸਮੇਤ ਪਟਨਾ ਸਾਹਿਬ ਪਹੁੰਚੇ। ਇੱਥੇ ਗੁਰੂ ਤੇਗ ਬਹਾਦਰ ਜੀ ਦੇ ਘਰ ਇੱਕ ਬਾਲਕ ਦਾ ਜਿਹੜਾ ਜਨਮ ਹੋਇਆ, ਜਿਸ ਦਾ ਨਾਮ ਗੁਰੂ ਜਿਹੜੇ ਨੇ ਉਹ ਬਾਅਦ ਦੇ ਵਿੱਚ ਹੋਏ, ਜਿਨ੍ਹਾਂ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਔਰ ਬਾਅਦ ਦੇ ਵਿੱਚ ਉਹਨਾਂ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਜੀ ਹੋਏ ਨੇ। ਔਰ ਇਸ ਤੋਂ ਬਾਅਦ ਜੀ ਗੁਰੂ ਜੀ ਆਪਣਾ ਜਿਹੜਾ ਪਰਿਵਾਰ ਹੈਗਾ ਆ ਉਹਨੂੰ ਪਟਨਾ ਬਿਹਾਰ ਵਿੱਚ ਛੱਡ ਕੇ ਆਪ ਅਗਲੀ ਯਾਤਰਾ ਦੇ ਲਈ ਅਸਾਮ, ਬੰਗਾਲ, ਮਾਲਦੀਵ, ਮੁਰਸ਼ਿਦਾਬਾਦ, ਢਾਕਾ ਗਏ ਔਰ ਢਾਕਾ ਤੋਂ ਵਾਪਸੀ ਦੇ ਸਮੇਂ ਗੁਰੂ ਜੀ ਕਲਕੱਤਾ ਰੁਕੇ ਔਰ ਫਿਰ ਜਗਨਨਾਥਪੁਰੀ, ਭੁਵਨੇਸ਼ਵਰ, ਕਟਕ ਅਤੇ ਫਿਰ 1667 ਈਸਵੀ ਦੇ ਵਿੱਚ ਪਟਨਾ ਸਾਹਿਬ ਵਾਪਸ ਆ ਗਏ ਔਰ ਉੱਥੋਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਔਰ ਫਿਰ ਅਨੰਦਪੁਰ ਸਾਹਿਬ, ਆਨੰਦਾਂ ਦੀ ਪੁਰੀ ਦੇ ਵਿੱਚ ਵਾਪਸ ਆ ਗਏ। ਇਹਨਾਂ ਯਾਤਰਾਵਾਂ ਦੇ ਦੌਰਾਨ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਬਹੁਤ ਸਾਰੇ ਉਪਦੇਸ਼ ਦਿੱਤੇ। ਗੁਰੂ ਜੀ ਨੇ ਸੰਗਤਾਂ ਨੂੰ ਲਾਲਚ, ਇੱਛਾ, ਹਉਮੈ ਅਤੇ ਦੁੱਖ ਨੂੰ ਦੂਰ ਕਰਦਿਆਂ ਬ੍ਰਹਮਤਾ ਦਾ ਰਸਤਾ ਜਿਹੜਾ ਉਹ ਦਿਖਾਇਆ ਔਰ ਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ ਸ਼ਾਂਤੀ ਦੇ ਮਾਰਗ 'ਤੇ ਚੱਲਣ ਦੀ ਸੇਧ ਦਿੱਤੀ ਔਰ ਗੁਰੂ ਜੀ ਦੇ ਜੀਵਨ ਮੁਕਤੀ ਬਾਰੇ ਸਮਝਾਉਂਦੇ ਹਨ ਕਿ ਉਹ ਕਹਿੰਦੇ ਹਨ ਕਿ ਜੀਵਨ ਦੀ ਹਰ ਇੱਕ ਸਥਿਤੀ ਨਾਲ ਸ਼ਾਂਤੀ ਬਣਾ ਕੇ ਰੱਖੋ। Provide their disciples moral and ethical values and teachings. The first one is Guruji showed the path of divinity by overcoming greed, ego and pain. Then Guruji guided their followers towards the path of peace. They spread the idea of Jivan Mukti by making peace with every life situation. Then Guruji also revealed the true reason behind the human despair and sufferings. It is in the time of despair and misery that one gets to see the short-lived. Then Guruji also taught their disciples that they have to protect the one who need protection. ਪਿਆਰੇ ਬੱਚਿਓ, ਅੱਜ ਤੁਹਾਨੂੰ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਬਾਰੇ ਦੱਸਣ ਲੱਗੇ ਹਾਂ। ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਬਹੁਤ ਸਾਰੇ ਕਾਰਨ ਹਨ, ਲੇਕਿਨ ਇੱਕ ਜਿਹੜਾ ਹੈਗਾ ਮੁੱਖ ਕਾਰਨ ਜਿਹੜਾ ਹੈਗਾ ਉਹ ਹਿੰਦੂ ਧਰਮ ਨੂੰ ਬਚਾਉਣ ਦੇ ਵਾਸਤੇ ਗੁਰੂ ਸਾਹਿਬ ਜੀ ਨੇ ਆਪਣਾ ਜਿਹੜਾ ਹੈਗਾ ਆ ਉਹ ਸ਼ਹੀਦੀ ਦਿੱਤੀ। ਉਸ ਸਮੇਂ ਦਿੱਲੀ ਤਖਤ 'ਤੇ ਬੈਠਾ ਹੋਇਆ ਬਾਦਸ਼ਾਹ ਔਰੰਗਜ਼ੇਬ ਬੜਾ
ਮਤਸਬੀ ਅਤੇ ਜ਼ਾਲਮ ਸੀ। ਉਸ ਨੇ ਹਿੰਦੁਸਤਾਨ ਦੇ ਜਿਹੜੇ ਸਾਰੇ ਹਿੰਦੂ ਸੀ ਉਹਨਾਂ ਨੂੰ ਮੁਸਲਮਾਨ ਬਣਾਉਣ ਦਾ ਜਿਹੜਾ ਉਹ ਨਿਸ਼ਚੈ ਕਰ ਲਿਆ ਸੀ। ਔਰੰਗਜ਼ੇਬ ਜਿਹੜਾ ਹੈਗਾ ਉਹ ਧੱਕੇ ਦੇ ਨਾਲ ਹਿੰਦੂ ਲੋਕਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਔਰ ਜਿਹੜਾ ਵੀ ਮੁਸਲਮਾਨ ਧਰਮ ਨੂੰ ਨਹੀਂ ਸੀ ਕਬੂਲਦਾ ਉਸ ਦਾ ਕਤਲੇਆਮ ਕਰ ਦਿੱਤਾ ਜਾਂਦਾ ਸੀ। ਔਰ ਔਰੰਗਜ਼ੇਬ ਨੇ ਇੱਕ ਤਰਕੀਬ ਬਣਾਈ ਕਿ ਕਿਉਂ ਨਾ ਹਿੰਦੂ ਧਰਮ ਦੇ ਵਿੱਚ ਸਭ ਤੋਂ ਉੱਚਾ ਜਿਹੜਾ ਹੈਗਾ ਆ ਉਹ ਬ੍ਰਾਹਮਣਾਂ ਨੂੰ ਮੰਨਿਆ ਜਾਂਦਾ ਹੈ। ਬ੍ਰਾਹਮਣਾਂ ਨੂੰ ਜਿਹੜਾ ਹੈਗਾ ਆ ਉਹ ਮੁਸਲਿਮ ਬਣਾ ਲਵੇਗਾ ਔਰ ਸਾਰੇ ਹਿੰਦੂ ਜਿਹੜੇ ਨੇ ਉਹਨਾਂ ਦੇ ਮਗਰ ਹੀ ਮੁਸਲਮਾਨ ਜਿਹੜੇ ਨੇ ਉਹ ਬਣ ਜਾਣਗੇ। ਔਰ ਹਿੰਦੂ ਧਰਮ ਦੇ ਵਿੱਚ ਜਿਹੜੇ ਕਸ਼ਮੀਰੀ ਪੰਡਤ ਸੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਪੂਜਿਆ ਜਾਂਦਾ ਸੀ। ਇਸ ਲਈ ਔਰੰਗਜ਼ੇਬ ਨੇ ਹਿੰਦੂ ਜਿਹੜੇ ਬ੍ਰਾਹਮਣ ਕਸ਼ਮੀਰ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਜਿਹੜਾ ਹੈਗਾ ਉਹ ਮੁਸਲਮਾਨ ਬਣਾਉਣ ਲਈ ਉਹਨਾਂ 'ਤੇ ਬਹੁਤ ਸਾਰੇ ਅਤਿਆਚਾਰ ਕੀਤੇ, ਔਰ ਤਾਂ ਜੋ ਉਹ ਮੁਸਲਮਾਨ ਧਰਮ ਜਿਹੜਾ ਹੈਗਾ ਆ ਉਹਨੂੰ ਕਬੂਲ ਕਰ ਲੈਣ। ਲੇਕਿਨ ਉਹਨਾਂ ਨੇ 6 ਮਹੀਨੇ ਦਾ ਜਿਹੜਾ ਹੈਗਾ ਆ ਉਹ ਟਾਈਮ ਜਿਹੜਾ ਹੈਗਾ ਉਹ ਔਰੰਗਜ਼ੇਬ ਦੇ ਕੋਲੋਂ ਮੰਗਿਆ, ਔਰ 6 ਮਹੀਨੇ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਮੁਸਲਮਾਨ ਜਿਹੜਾ ਧਰਮ ਉਹ ਕਬੂਲਣਾ ਪਵੇਗਾ। ਲੇਕਿਨ ਇਹਨਾਂ 6 ਮਹੀਨਿਆਂ ਦੇ ਵਿੱਚ ਜਿਹੜੇ ਕਸ਼ਮੀਰੀ ਪੰਡਤ ਸੀਗੇ ਉਹਨਾਂ ਨੇ ਇਹ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਗੁਰੂ ਤੇਗ ਬਹਾਦਰ ਜੀ ਕੋਲੋਂ ਸਹਾਇਤਾ ਮੰਗੀਏ, ਔਰ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਕੋਲ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ, ਔਰੰਗਜ਼ੇਬ ਜਿਹੜਾ ਹੈਗਾ ਉਹ ਸਾਰੇ ਹਿੰਦੂਆਂ ਨੂੰ ਧੱਕੇ ਦੇ ਨਾਲ ਮੁਸਲਮਾਨ ਬਣਾ ਰਿਹਾ ਹੈ, ਔਰ ਆਪ ਜੀ ਸਾਡੀ ਸਹਾਇਤਾ ਕਰੋ ਔਰ ਸਾਡੇ ਡੁੱਬਦੇ ਧਰਮ ਨੂੰ ਬਚਾਓ। ਔਰ ਗੁਰੂ ਸਾਹਿਬ ਜੀ ਨੇ ਇੰਨੀ ਗੱਲ ਸੁਣ ਕੇ ਉਹਨਾਂ ਨੂੰ ਜਵਾਬ ਦਿੱਤਾ ਕਿ ਆਪ ਜੀ ਦਾ ਹਿੰਦੂ ਧਰਮ ਬਚਾਉਣ ਵਾਸਤੇ ਕਿਸੇ ਪੀਰ ਪੈਗੰਬਰ ਔਲੀਏ ਨੂੰ ਆਪਣੇ ਜਿਹੜੀ ਹੈਗੀ ਆ ਉਹ ਸ਼ਹੀਦੀ ਦੇਣੀ ਪਵੇਗੀ। ਔਰ ਉਹਨਾਂ ਦੇ ਪਾਸ ਬੈਠੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ, ਆਪ ਜੀ ਤੋਂ ਵੱਡਾ ਇਸ ਦੁਨੀਆ ਦੇ ਉੱਪਰ ਪੀਰ ਪੈਗੰਬਰ ਔਲੀਆ ਕੌਣ ਹੈ। ਗੁਰੂ ਸਾਹਿਬ ਜੀ ਜਦੋਂ ਦਿੱਲੀ ਵੱਲ ਨੂੰ ਰਵਾਨਗੀ ਪਾ ਗਏ ਔਰ ਉਹਨਾਂ ਦੇ ਨਾਲ 3 ਸਿੱਖ ਜਿਹੜੇ ਨੇ ਉਹਨਾਂ ਨੂੰ ਔਰ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰੀ ਤੋਂ ਬਾਅਦ ਇੱਕ ਤੰਗ ਜਿਹੜਾ ਹੈਗਾ ਉਹ ਕੋਠੜੀ ਦੇ ਵਿੱਚ ਬੰਦ ਕੀਤਾ ਗਿਆ, ਔਰ ਕੁਛ ਸਮੇਂ ਮਗਰੋਂ ਜਿਹੜਾ ਹੈਗਾ ਗੁਰੂ ਸਾਹਿਬ ਜੀ ਦੇ ਸਾਹਮਣੇ ਉਹਨਾਂ ਦੇ ਨਾਲ ਭਾਈ ਸਤੀ ਦਾਸ ਜੀ ਔਰ ਭਾਈ ਮਤੀ ਦਾਸ ਜੀ ਔਰ ਭਾਈ ਦਿਆਲਾ ਜੀ ਨੂੰ ਜਿਹੜਾ ਉਹ ਸ਼ਹੀਦ ਕੀਤਾ ਗਿਆ। ਔਰ ਉਪਰੰਤ ਗੁਰੂ ਤੇਗ ਬਹਾਦਰ ਜੀ ਸਾਹਿਬ ਜੀਆਂ ਦਾ ਜਿਹੜਾ ਸੀਸ ਧੜ ਤੋਂ ਅਲੱਗ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਹੈਗਾ ਗੁਰੂ ਜੀ ਦਾ ਸੀਸ ਔਰ ਧੜ ਜਿਹੜਾ ਹੈਗਾ ਉਹ ਚਾਂਦਨੀ ਚੌਂਕ ਦੇ ਵਿੱਚ ਜਿਹੜਾ ਹੈਗਾ ਉਹ ਪਿਆ ਰਿਹਾ। ਔਰ ਭਾਈ ਜਿਹੜੀ ਹੈਗੀ ਆ ਉਹ ਫੋਰਸ ਦੀ ਜਿਹੜੀ ਹੈਗੀ ਆ ਨਿਗਰਾਨੀ ਦੇ ਹੇਠ ਭਾਈ ਜੈਤਾ ਜੀ ਜਿਹੜੇ ਨੇ ਉਹ ਗੁਰੂ ਜੀ ਦਾ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਔਰ ਗੁਰੂ ਜੀ ਦੇ ਧੜ ਦਾ ਜਿਹੜਾ ਸੰਸਕਾਰ ਹੈਗਾ ਉਹ ਇੱਕ ਸਿੱਖ ਨੇ ਆਪਣੇ ਜਿਹੜਾ ਹੈਗਾ ਘਰ ਦੇ ਵਿੱਚ ਲਿਜਾ ਕੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਜੀ ਦੇ ਧੜ ਦਾ ਜਿਹੜਾ ਸੰਸਕਾਰ ਕੀਤਾ। ਔਰ ਆਨੰਦਪੁਰ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਜੀ ਅਸੀਸ ਲੈ ਕੇ ਭਾਈ ਜੈਤਾ ਜੀ ਪਹੁੰਚੇ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਰੰਗ ਰੇਟਾ ਗੁਰੂ ਕਾ ਬੇਟਾ ਜਿਹੜਾ ਹੈਗਾ ਉਹ ਖਿਤਾਬ ਦਿੱਤਾ। ਔਰ ਗੁਰੂ ਜੀ ਦੇ ਸੀਸ ਦਾ ਜਿਹੜਾ ਸੰਸਕਾਰ ਉਹ ਆਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਕੀਤਾ। Now children, I am going to tell you the different reason and the causes behind the martyrdom of Guru Tegh Bahadur Ji. There are the different aspects of the martyrdom of Guru Tegh Bahadur Ji. First of all, I will let you know the causes of martyrdom and then how the martyrdom of Guru Tegh Bahadur Ji was done. So let's start with that. Guru Tegh Bahadur Ji was undertaken numerous travel in the different states. Because of these travels, Guru Ji had tried to make the preachings of the Sikhism, so which was intolerable by Aurangzeb, who ultimately want to convert the Hindus or the people of the different religions into the Islam religions. And well known and the eminent historian John F. Richard says that Aurangzeb's ultimate reason or ultimate aim was the conversion of non-Muslims to Islam. Thousands of people were forcibly converted and and those who refused to be converted into the Islam were met with the death sentence. Now the immediate cause which became the reason for the Guruji's martyrdom was that
a delegation of Kashmiri Pandits in 1675 who had come to Guru Tegh Bahadur Ji to seek their blessings and protection because Aurangzeb was on the spree of conversion. These Hindus from Kashmir had been given a deadline by Aurangzeb to convert into Islam or to be killed. Pandit Kripa Ram came with delegation to Guru Sahib Ji in Chak Nanki, which is presently called Anandpur Sahib, and explained the dilemma that they were in and urged the Guru Sahib to protect them. Guru Gobind Rai Ji was about 9 years old at that time. Guru Tegh Bahadur Ji explained the situation to Guru Gobind Rai Ji. Then Guru Tegh Bahadur Ji also explained that some well-known religion person should have to give the sacrifice in order to save the Kashmiri Pandits from Aurangzeb's cruelty. So then we have to find that supreme soul and who will make that sacrifice. On hearing these words from Guru Tegh Bahadur Ji, then Guru Gobind Rai Ji answered or replied, Pitaji, there is an easy essay to this question, that you are the most spiritually aware person in the whole of Hind and you can make that sacrifice. Guru Tegh Bahadur Ji was pleased to hear this from their own son. Then they addressed the Kashmiri Pandits, go and tell the Aurangzeb that if they can convert Guru Tegh Bahadur Ji into an Islam, then they will convert the whole of the Kashmiri Pandit into Islam. If they are unable to convert Guru Tegh Bahadur Ji into Islam, then they have to leave the Kashmiri Pandits. So on hearing this, Kashmiri Pandits were delighted that they found the solution of their problem. So then Aurangzeb was glad to hear these news from their own officers, and they thought that if only one person they have to only convert the one person into the Islam, and after that the Aurangzeb is able to convert thousands of Hindus into the Islam. So he summoned his officers to arrest Guru Tegh Bahadur Ji. So Guru Tegh Bahadur Ji along with their 3 companions, Bhai Mati Das Ji, Bhai Sati Das Ji and Bhai Dayala Ji proceeded from Chak Nanki to Delhi on July 11, 1675 AD. So next day, on the orders of the Aurangzeb, Guruji and their companions were taken into the prison for 4 months. Later, when Guruji and their companion refused to accept the Islam, in order to demoralize the Guruji, Aurangzeb brutally killed the 3 other companions which came with the Aurangzeb. Then Guruji was asked to show a miracle. So then Guruji also refused and said that in Sikh religion one is not allowed to show the miracle. On their refusal to do so, on 11th of November 1675, Guruji was beheaded in Chandni Chowk in Delhi. It seemed to be the darkest day in the record of the Mughals' rule in India. On that fateful night, a devotee Bhai Lakhi Shah picked up the body of Guru Sahib with the help of his son and brought it to his home in a cart covered with the cotton bales in order to cremate the body of Guruji, and he set his own house on the fire. And on that place Gurdwara Rakabganj is standing. Bhai Jeta Ji, who belonged to the low caste Rangreta, brought the head of Guru Tegh Bahadur Ji at Chak Nanki. Guru Gobind Singh Ji warmly hugged Bhai Jeta Ji and said, Rangreta, Guru ka beta. On 16th of November 1675, the severed head of Guru Tegh Bahadur Ji was cremated with full honours at Shri Anandpur Sahib Ji. Gurdwara Seesganj has been built over there. Hind ki chadar Guru Tegh Bahadur Ji. That is why Guru Tegh Bahadur Ji called this. Vaheguru Ji ka Khalsa, Vaheguru Ji ki Fateh.